ਸਵਾਗਤ ਹੈ ਬੀਡੀਸੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਰਮਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਡਾਕਟਰ ਸਪੀਕ। ਤੇ ਅੱਜ ਅਸੀਂ ਬੜਾ ਹੀ ਇੰਪੋਰਟੈਂਟ ਮੁੱਦਾ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ। ਉਹ ਹੈ ਕਿ ਜਦੋਂ ਵੀ ਕੋਈ ਕਪਲ ਦੀ ਮੈਰਿਜ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਗੱਲ ਸੋਚਦਾ ਹੈ ਕਿ ਸਾਡੇ ਘਰ ਜਿਹੜੀ ਸੰਤਾਨ ਹੋਵੇ ਉਹ ਬਹੁਤ ਹੀ ਪਿਆਰੀ ਹੋਵੇ, ਬਹੁਤ ਹੀ ਅੱਛੀ ਹੋਵੇ। ਲੇਕਿਨ ਕਈਆਂ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਨਹੀਂ ਹੋ ਪਾਉਂਦਾ। ਸੋ ਇਸ ਸੁਪਨੇ ਨੂੰ ਪੂਰੇ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਐਪੀਸੋਡ ਲੈ ਕੇ ਆਏ ਹਾਂ ਤੇ ਇੱਕ ਰਸਤਾ ਤੁਹਾਨੂੰ ਦਿਖਾਵਾਂਗੇ ਤੇ ਜਾਣਾਂਗੇ ਡਾਕਟਰ ਕੋਲ। ਤਾਂ ਮੇਰੇ ਨਾਲ ਇਸ ਟਾਈਮ ਤੇ ਨੇ ਡਾਕਟਰ ਜਸਨੀਤ ਕੌਰ ਜੀ, ਜਿਹੜੇ ਕਿ ਕਲੀਨਿਕਲ ਡਾਇਰੈਕਟਰ ਤੇ ਕੰਸਲਟੈਂਟ ਨੇ, ਜਿਹੜੇ ਕਿ ਮਿਲਨ IVF ਤੋਂ ਆਏ ਨੇ ਤੇ ਬਹੁਤ ਹੀ ਅੱਛੀਆਂ ਗੱਲਾਂ ਕਰਾਂਗੇ ਇਨਫਰਟੀਲਿਟੀ ਦੇ ਉੱਪਰ, IVF ਦੇ ਉੱਪਰ, ਤੇ ਨਾਲੇ ਉਹਨਾਂ ਕੋਲ ਜਾਣਾਂਗੇ ਕਿ ਕਿਵੇਂ ਅਸੀਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਅੱਜ ਅਸੀਂ ਇੱਕ ਬੜੇ ਇੰਪੋਰਟੈਂਟ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਕਿ ਜਨਨੀ ਬਣਨਾ, ਮਾਂ ਬਣਨਾ ਬਹੁਤ ਹੀ ਅਹਿਮ ਰੱਖਦਾ ਹੈ ਖਾਸ ਤੌਰ ਤੇ ਇੰਡੀਆ ਦੇ ਵਿੱਚ, ਰਾਈਟ? ਬਿਲਕੁਲ ਬਿਲकुल। ਡਾਕਟਰ ਸਾਹਿਬ, ਅਸੀਂ ਗੱਲ ਕਰਨ ਜਾ ਰਹੇ ਹਾਂ ਇਨਫਰਟੀਲਿਟੀ ਦੀ। ਤੇ ਇਨਫਰਟੀਲਿਟੀ ਹੈ ਕੀ ਤੇ ਇਹ ਕਿਉਂ ਹੁੰਦੀ ਹੈ? ਥੈਂਕ ਯੂ। ਸਭ ਤੋਂ ਪਹਿਲੇ ਮੈਂ PTC ਦਾ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਨੇ ਸਾਨੂੰ ਇਹ ਪਲੈਟਫਾਰਮ ਦਿੱਤਾ ਜਿਹਦੇ ਉੱਤੇ ਆ ਕੇ ਅਸੀਂ PTC ਦੇ ਦਰਸ਼ਕਾਂ ਨੂੰ ਔਰ ਪਬਲਿਕ ਨੂੰ ਇਨ ਜਨਰਲ ਇਨਫਰਟੀਲਿਟੀ ਦੀ ਅਵੇਅਰਨੈਸ ਪਹੁੰਚਾ ਪਾਈਏ। ਤੁਸੀਂ ਬੜਾ ਹੀ ਪਰਟੀਨੈਂਟ ਕੁਐਸਚਨ ਪੁੱਛਿਆ ਕਿ ਇਨਫਰਟੀਲਿਟੀ ਹੁੰਦੀ ਕੀ ਹੈਗੀ ਹੈ। ਹੁਣ ਸਭ ਤੋਂ ਪਹਿਲੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਨਫਰਟੀਲਿਟੀ ਖਾਲੀ ਇੱਕ ਡਿਜ਼ੀਜ਼ ਨਹੀਂ ਹੈਗੀ ਬਟ ਇੱਕ ਸੋਸ਼ਲ ਸਟਿਗਮਾ ਵੀ ਹੈਗਾ ਹੈ। ਐਂਡ ਅਸੀਂ ਦੇਖ ਰਹੇ ਹਾਂ ਕਿ ਇਨਫਰਟੀਲਿਟੀ ਦਾ ਜਿਹੜਾ ਇੰਸੀਡੈਂਸ ਹੈ ਉਹ ਬਹੁਤ ਹੀ ਜ਼ਿਆਦਾ ਵੱਧਦਾ ਜਾ ਰਿਹਾ ਹੈ। ਪਹਿਲੇ ਅਸੀਂ ਕਹਿੰਦੇ ਸੀਗੇ ਕਿ ਇਨਫਰਟੀਲਿਟੀ ਦਾ ਇੰਸੀਡੈਂਸ 10% ਹੈਗਾ। ਇਹਦਾ ਮਤਲਬ ਹੈ ਕਿ 10 ਚੋਂ ਕਿਸੇ ਇੱਕ ਕਪਲ ਨੂੰ ਇਨਫਰਟੀਲਿਟੀ ਹੋਏਗੀ। ਬਟ ਹੁਣ ਲੇਟੈਸਟ ਜਿਹੜਾ WHO ਦਾ 2023 ਦਾ ਡੇਟਾ ਆਇਆ ਉਹਦੇ ਅੰਦਰ ਦੇਖਿਆ ਕਿ ਇਨਫਰਟੀਲਿਟੀ ਦਾ ਇੰਸੀਡੈਂਸ 1 in 6 ਹੋ ਗਿਆ। ਮਤਲਬ 6 ਚੋਂ ਇੱਕ ਕਪਲ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਆਏਗੀ। ਬਹੁਤ ਵੱਡੀ ਗੱਲ ਹੈ ਕਿ ਇਨਫਰਟੀਲਿਟੀ ਦੀ ਜਿਹੜੀ ਮੀਨਸ ਕਿ ਉਹ ਵੱਧਦੀ ਜਾ ਰਹੀ ਹੈ। ਡਾਕਟਰ ਸਾਹਿਬ, ਇਹਦੇ ਕਾਰਨ ਕੀ ਹੈ ਵੈਸੇ ਮੇਨ? ਹਾਂਜੀ, ਸਭ ਤੋਂ ਪਹਿਲੇ ਸਮਝਿਆ ਜਾਏ ਕਿ ਅਸੀਂ ਕਿਸ ਕਪਲ ਨੂੰ ਕਹਿੰਦੇ ਹਾਂ ਕਿ ਇਹਨਾਂ ਨੂੰ ਇਨਫਰਟੀਲਿਟੀ ਹੈਗੀ ਹੈ। ਸੋ ਅਗਰ ਇੱਕ ਕਪਲ 1 ਸਾਲ ਵਾਸਤੇ ਇਕੱਠੇ ਰਹਿ ਰਹੇ ਹਨ ਔਰ ਪ੍ਰੈਗਨੈਂਸੀ ਵਾਸਤੇ ਟਰਾਈ ਕਰ ਰਹੇ ਹੈਗੇ ਹੈ ਬਟ ਫਿਰ ਵੀ ਉਹ ਕਨਸੀਵ ਨਹੀਂ ਕਰ ਪਾ ਰਹੇ ਤਾਂ ਅਸੀਂ ਕਹਿੰਦੇ ਹੈਗਾ ਕਿ ਮੇਬੀ ਦੇ ਹੈਵ ਇਨਫਰਟੀਲਿਟੀ ਐਂਡ ਇਟ ਇਜ਼ ਟਾਈਮ ਦੇ ਵਿਜ਼ਿਟ ਐਨ ਇਨਫਰਟੀਲਿਟੀ ਸਪੈਸ਼ਲਿਸਟ। ਬਟ ਅਗਰ ਫੀਮੇਲ ਦੀ ਏਜ 35 ਤੋਂ ਜ਼ਿਆਦਾ ਹੈ, ਜੋ ਕਿ ਅਸੀਂ ਬਹੁਤ ਕਾਮਨਲੀ ਦੇਖ ਰਹੇ ਹਾਂ ਅੱਜ ਕੱਲ੍ਹ ਬਿਕੋਜ਼ ਆਫ ਦ ਚੇਂਜ ਇਨ ਸੋਸਾਇਟੀ ਕਿ ਲੋਕਾਂ ਦੀ ਮੈਰਿਜ ਲੇਟ ਹੋ ਰਹੀ ਹੈਗੀ ਹੈ। ਫੀਮੇਲਸ ਦੀ ਮੈਰਿਜ ਮੇਬੀ ਐਟ ਦੀ ਏਜ ਆਫ 30+ ਹੋ ਰਹੀ ਹੈ ਐਂਡ ਦੇ ਸਟਾਰਟ ਥਿੰਕਿੰਗ ਆਫ ਸਟਾਰਟਿੰਗ ਅ ਫੈਮਿਲੀ ਐਟ ਦੀ ਏਜ ਆਫ 35। ਤੇ ਉਨ ਕੇਸਿਸ ਵਿੱਚ ਅਸੀਂ ਬੋਲਦੇ ਹਾਂ ਕਿ ਅਗਰ 6 months ਤੱਕ ਤੁਸੀਂ ਟਰਾਈ ਕਰੋ ਫਿਰ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ then you must visit an infertility specialist। ਅੱਛਾ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਇਨਫਰਟੀਲਿਟੀ ਦੀ ਗੱਲ ਕਰ ਰਹੇ ਹੋ, ਲੇਕਿਨ ਹਮੇਸ਼ਾ ਇਹੋ ਗੱਲ ਸੋਚੀ ਜਾਂਦੀ ਹੈ ਕਿ ਸ਼ਾਇਦ ਫੀਮੇਲਸ ਦੇ ਵਿੱਚ ਹੀ ਪ੍ਰੋਬਲਮ ਹੋਏਗੀ। ਕੀ ਇਹ ਸੱਚ ਹੈ ਕਿ ਸਿਰਫ ਫੀਮੇਲਸ ਦੇ ਵਿੱਚ ਹੀ ਪ੍ਰੋਬਲਮ ਹੁੰਦੀ ਹੈ ਅਗਰ ਇਨਫਰਟੀਲਿਟੀ ਹੈ ਤੇ? ਦੇਖੋ, ਇਹ ਇੱਕ ਬਹੁਤ ਹੀ ਵੱਡੀ ਗੱਲ ਤੁਸੀਂ ਪੁੱਛੀ ਹੈਗੀ। ਥੈਂਕ ਯੂ ਫॉर ਆਸਕਿੰਗ ਦਿਸ ਕੁਐਸਚਨ। ਬੇਸਿਕਲੀ ਪੁਰਾਣੇ ਜ਼ਮਾਨੇ 'ਚ ਜਦ ਕਿਸੇ ਕਪਲ ਦਾ ਬੱਚਾ ਨਹੀਂ ਹੁੰਦਾ ਸੀਗਾ ਤੇ ਹਮੇਸ਼ਾ ਫੀਮੇਲ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਸੀਗਾ ਔਰ ਸਮਝਿਆ ਜਾਂਦਾ ਸੀਗਾ ਕਿ ਫੀਮੇਲ 'ਚ ਹੀ ਨੁਕਸ ਹੋਏਗਾ। ਬਟ ਅੱਜ ਕੱਲ੍ਹ ਸਾਡੇ ਕੋਲ ਬਹੁਤ ਜ਼ਿਆਦਾ ਸਾਇੰਟੀਫਿਕ ਡੇਟਾ ਹੈ ਟੂ ਪ੍ਰੂਵ ਕਿ ਆਲਮੋਸਟ 50% ਕੇਸਿਸ ਵਿੱਚ ਇਟ ਇਜ਼ ਦ ਮੇਲ ਹੂ ਇਜ਼ ਦ ਕਲਪ੍ਰਿਟ। ਸੋ ਤਾਂ ਕਰਕੇ ਅਸੀਂ ਜਦ ਵੀ ਕੋਈ ਕਪਲ ਸਾਡੇ ਕੋਲ ਆਉਂਦਾ ਹੈ ਅਸੀਂ ਸਿਰਫ ਫੀਮੇਲ ਦੀ ਇਨਵੈਸਟੀਗੇਸ਼ਨਸ ਨਹੀਂ ਕਰਦੇ ਬਟ ਅਸੀਂ ਮੇਲ ਔਰ ਫੀਮੇਲ ਦੀ ਇਨਵੈਸਟੀਗੇਸ਼ਨਸ ਦੋਨਾਂ ਨੂੰ ਸਾਈਮਲਟੇਨੀਅਸਲੀ ਕਰਦੇ ਹਾਂ ਬਿਕੋਜ਼ ਮੇਲ ਫੈਕਟਰ ਇਜ਼ ਆਲਸੋ ਵਨ ਆਫ ਦ ਮੇਜਰ ਰੀਜ਼ਨਸ ਆਫ ਇਨਫਰਟੀਲਿਟੀ। ਅੱਛਾ ਡਾਕਟਰ ਸਾਹਿਬ, ਆਪਾਂ ਪ੍ਰੋਬਲਮਸ ਦੀ ਗੱਲ ਕਰ ਰਹੇ ਹਾਂ ਤੇ ਪ੍ਰੋਬਲਮਸ ਦੇ ਵਿੱਚ ਹੋਰ ਕਿਹੜੀ ਪ੍ਰੋਬਲਮਸ ਆਉਂਦੀਆਂ ਜਿਹਦੇ ਕਰਕੇ ਇਨਫਰਟੀਲਿਟੀ ਹੁੰਦੀ ਹੈ? ਦੇਖੋ, ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਇਨਫਰਟੀਲਿਟੀ ਅੱਜ ਕੱਲ੍ਹ ਵੱਧ ਰਹੀ ਹੈਗੀ ਹੈ। ਇਹ ਸਮਝਣਾ ਕਿ ਇਨਫਰਟੀਲਿਟੀ ਕਿਉਂ ਵੱਧ ਰਹੀ ਹੈਗੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸਭ ਤੋਂ ਕਾਮਨ ਰੀਜ਼ਨ ਇਨਫਰਟੀਲਿਟੀ ਦੇ ਵਧਣ ਦਾ ਹੈਗਾ ਏਜ ਆਫ ਦ ਫੀਮੇਲ ਪਾਰਟਨਰ। ਹੁਣ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਕਿ ਫੀਮੇਲਸ ਦਾ ਵਿਆਹ ਹੋ ਜਾਂਦਾ ਸੀਗਾ ਐਟ ਦੀ ਏਜ ਆਫ 22-23 years ਐਂਡ 30 ਸਾਲ ਤੋਂ ਪਹਿਲੇ ਉਹਨਾਂ ਦੀ ਫੈਮਿਲੀ ਕੰਪਲੀਟ ਹੁੰਦੀ ਸੀਗੀ। ਬਟ ਅੱਜ ਕੱਲ੍ਹ ਸਾਡੀ ਸੁਸਾਇਟੀ 'ਚ ਇੱਕ ਬਹੁਤ ਹੀ ਪੈਰਾਡਾਈਮ ਸ਼ਿਫਟ ਆ ਗਿਆ। ਫੀਮੇਲਸ ਜਿਹੜੀਆਂ ਹੈਗੀਆਂ ਹੁਣ ਉਹ ਬਹੁਤ ਜ਼ਿਆਦਾ ਕਰੀਅਰ ਓਰੀਐਂਟਡ ਹੋ ਗਈਆਂ, ਬਹੁਤ ਜ਼ਿਆਦਾ ਪ੍ਰੋਫੈਸ਼ਨਲੀ ਡਰਿਵਨ ਹੈਗੀਆਂ। ਉਹਨਾਂ ਨੂੰ ਆਪਣੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦੀ ਹੈਗੀ ਹੈ ਬਿਫੋਰ ਦੇ ਗੈਟ ਮੈਰਿਡ ਔਰ ਬਿਫੋਰ ਦੇ ਸਟਾਰਟ ਅ ਫੈਮਿਲੀ। ਸੋ ਅੱਜ ਕੱਲ੍ਹ ਅਸੀਂ ਕੀ ਦੇਖ ਰਹੇ ਹਾਂ ਕਿ ਵਿਆਹ ਹੁੰਦਾ ਐਟ ਦੀ ਏਜ ਆਫ 30 years ਐਂਡ ਫੈਮਿਲੀ ਸਟਾਰਟ ਕਰਨ ਦਾ ਪਲਾਨ ਕਰਦੇ ਹਾਂ ਐਟ ਦੀ ਏਜ ਆਫ 32 to 35 years। ਅਨਫੋਰਚੂਨੇਟਲੀ ਕੀ ਹੈਗਾ ਕਿ ਹਰੇਕ ਫੀਮੇਲ ਦੇ ਐਗ ਨੰਬਰਸ ਬਰਥ ਦੇ ਉੱਤੇ ਫਿਕਸ ਹੁੰਦੇ ਆ। ਸੋ ਵਨਸ ਅ ਫੀਮੇਲ ਚਾਈਲਡ ਇਜ਼ ਬੋਰਨ ਉਹਦੇ ਅਰਾਊਂਡ 1 million ਐਗਸ ਹੁੰਦੇ ਆ। ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਰਹਿੰਦੀ ਹੈ ਐਗ ਦੇ ਨੰਬਰਸ ਘਟਦੇ ਜਾਂਦੇ ਆ ਐਂਡ ਐਟ ਦੀ ਏਜ ਆਫ 32 years ਜਦੋਂ ਐਕਚੁਅਲੀ ਸੋਚਦੇ ਹਾਂ ਕਿ ਹੁਣ ਅਸੀਂ ਫੈਮਿਲੀ ਸ਼ੁਰੂ ਕਰੀਏ ਦੇਰ ਇਜ਼ ਅ ਡਰਾਸਟਿਕ ਡਿਕਲਾਈਨ ਇਨ ਦੀ ਐਗ ਨੰਬਰਸ ਔਰ 35 ਤੋਂ ਬਾਅਦ ਐਗ ਕੁਆਲਿਟੀ। ਤਾਂ ਕਰਕੇ
बहुत ज़्यादा कॉमनली इनफर्टिलिटी ਵੱਧ ਰਹੀ ਹੈ ਬਿਕੋਜ਼ ਫੀਮੇਲਸ ਆਰ ਡਿਲੇਇੰਗ देयर फैमिली। ਅੱਛਾ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਇਨਫਰਟੀਲਿਟੀ ਦੀ, ਕਈ ਵਾਰੀ ਤੇ ਕਈ ਕਪਲਸ ਨੂੰ ਪਤਾ ਵੀ ਨਹੀਂ ਚੱਲਦਾ ਕਿ ਉਹਨਾਂ ਨੂੰ ਇਨਫਰਟੀਲਿਟੀ ਦੇ ਕਰਕੇ ਉਹਨਾਂ ਦੇ ਡ੍ਰੀਮਸ ਪੂਰੇ ਨਹੀਂ ਹੋ ਪਾ ਰਹੇ, ਜਾਂ ਉਹ ਸੋਚਦੇ ਇਗਨੋਰ ਕਰ ਰੱਖਦੇ ਆ। ਸਾਨੂੰ ਕਿਦੋਂ ਤੱਕ ਡਾਕਟਰ ਨੂੰ ਸੰਪਰਕ ਕਰ ਲੈਣਾ ਚਾਹੀਦਾ ਹੈ, ਜਾਂ ਕਹਿ ਸਕਦੇ ਹੋ ਕਿ ਆਲਰੇਡੀ ਇਸ ਚੀਜ਼ ਦਾ ਹੱਲ ਕਰ ਲਿੱਤਾ ਜਾਵੇ ਕਿ ਉਹ ਸਟੇਜ ਤੇ ਆਓ ਹੀ ਨਾ? ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਬੜਾ ਅੱਛਾ ਸਵਾਲ ਪੁੱਛਿਆ, ਪਰਟੀਨੈਂਟ ਟੂ ਵਾਟ ਆਈ ਸੈਡ। ਹੁਣ ਕੀ ਹੁੰਦਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਜਿੰਨੀ ਜਲਦੀ ਤੁਹਾਨੂੰ ਸਮਝ ਆ ਜਾਏ ਕਿ ਤੁਹਾਨੂੰ ਟ੍ਰੀਟਮੈਂਟ ਦੀ ਲੋੜ ਹੈ, ਉਨਾ ਹੀ ਅੱਛਾ ਤੁਹਾਡਾ ਪ੍ਰੋਗਨੋਸਿਸ ਹੋਏਗਾ। ਬਹੁਤ ਵਾਰੀ ਕੀ ਹੁੰਦਾ ਹੈ, ਪੇਸ਼ੈਂਟਸ ਐਕਸੈਪਟ ਨਹੀਂ ਕਰਦੇ ਇਸ ਗੱਲ ਨੂੰ ਕਿ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈਗੀ ਹੈ। ਅਗਰ ਕੋਈ ਉਹਨਾਂ ਨੂੰ ਇੱਕ ਡਾਕਟਰ ਕੋਲ ਜਾਂਦੇ, ਉਹ ਕਹਿਣਗੇ ਠੀਕ ਹੈ ਜੀ ਅਸੀਂ ਦਵਾਈਆਂ ਨਾਲ ਕੋਸ਼ਿਸ਼ ਕਰਾਂਗੇ। ਅਗਰ ਕੋਈ ਡਾਕਟਰ ਉਹਨਾਂ ਨੂੰ ਕਹਿ ਦੇ ਕਿ ਤੁਹਾਨੂੰ ਐਡਵਾਂਸ ਟ੍ਰੀਟਮੈਂਟ ਦੀ ਲੋੜ ਹੈ, ਉਹ ਡਾਕਟਰ ਕੋਲ ਮੁੜ ਕੇ ਦੁਬਾਰਾ ਆਣਗੇ ਹੀ ਨਹੀਂ, ਆਪਣਾ ਡਾਕਟਰ ਚੇਂਜ ਕਰ ਲੈਣਗੇ, ਹੈ ਨਾ। ਸੋ ਇਸ ਵਾਸਤੇ ਸਮਝਣਾ ਕਿ ਗੈਟਿੰਗ ਟ੍ਰੀਟਮੈਂਟ ਐਟ ਦ ਰਾਈਟ ਟਾਈਮ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਸਾਡਾ ਜਿਹੜਾ ਟ੍ਰੀਟਮੈਂਟ ਹੈ, ਬੀ ਇਟ ਨੈਚੁਰਲ ਕੰਸੈਪਸ਼ਨ, ਬੀ ਇਟ ਐਡਵਾਂਸ ਟ੍ਰੀਟਮੈਂਟਸ ਲਾਈਕ IVF, ਉਹਨਾਂ ਦਾ ਸਾਰਿਆਂ ਦਾ ਸਕਸੈਸ ਰੇਟ ਇਜ਼ ਗੋਇੰਗ ਟੂ ਡਿਪੈਂਡ ਔਨ ਦੀ ਏਜ ਆਫ ਦ ਫੀਮੇਲ। ਅੱਛਾ ਡਾਕਟਰ ਸਾਹਿਬ, ਹੁਣ ਆਡੀਅנס ਸੋਚ ਰਹੀ ਹੋਏਗੀ, ਜਾਂ ਕਹਿ ਸਕਦੇ ਹੋ ਕਈਆਂ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਇਹ ਸੋਚ ਰਹੇ ਹੋਣਗੇ ਕਿ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਹੀ ਉਸ ਚੀਜ਼ ਦੀ ਅਸੀਂ ਜਾਣਕਾਰੀ ਲੈ ਲਈਏ, ਲੇਕਿਨ ਕਈ ਜਾਣੇ ਬਹੁਤ ਕੌਨਸ਼ੀਅਸ ਹੋ ਜਾਂਦੇ ਆ ਜਦੋਂ ਵੀ ਅਸੀਂ IVF ਦਾ ਨਾਮ ਲੈਂਦੇ ਹਾਂ, ਜਾਂ ਅਸੀਂ ਗੱਲ ਕਰਦੇ ਕਿ ਆਪਕੋ ਇਨਫਰਟੀਲਿਟੀ ਹੈ, ਜਾਂ ਕਹਿ ਸਕਦੇ ਤੁਹਾਨੂੰ ਕੋਈ ਪ੍ਰੋਬਲਮ ਹੈ ਕਿ ਤੁਹਾਡੀ ਨੈਕਸਟ ਜਨਰੇਸ਼ਨ ਨਹੀਂ ਹੋ ਸਕਦੀ। ਕਿਤੇ ਨਾ ਕਿਤੇ ਆਈ ਥਿੰਕ ਆਡੀਅנס ਦੇ ਵਿੱਚ ਜਾਂ ਕਪਲਸ ਦੇ ਵਿੱਚ ਇਸ ਗੱਲ ਦਾ ਡਰ ਹੋਏਗਾ ਕਿ ਹਾਏ ਪਤਾ ਨਹੀਂ ਕੀ ਹੋ ਜਾਏਗਾ ਜੇ ਅਸੀਂ ਉੱਥੇ ਜਾ ਕੇ ਚੈੱਕ ਕਰਵਾ ਲਿਆ। ਹਾਂਜੀ, ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਗਰ ਕਿਸੇ ਵੀ ਕਪਲ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਔਰ ਉਹ ਇੱਕ ਇਨਫਰਟੀਲਿਟੀ ਜਾਂ IVF ਸਪੈਸ਼ਲਿਸਟ ਨੂੰ ਵਿਜ਼ਿਟ ਕਰਦੇ ਆ, ਇਹਦਾ ਇਹ ਮਤਲਬ ਨਹੀਂ ਹੈ ਕਿ ਤੁਹਾਡਾ IVF ਹੀ ਹੋਏਗਾ, ਹੈ ਨਾ। ਅਸੀਂ ਇੱਕ ਪੇਸ਼ੈਂਟ ਦੀ ਪ੍ਰੋਪਰ ਇਵੈਲੂਏਸ਼ਨ, ਪ੍ਰੋਪਰ ਟ੍ਰੀਟਮੈਂਟ ਕਰਦੇ ਹਾਂ ਔਰ ਇੱਕ ਸਟੈਪ ਲੈਡਰ ਅਪਰੋਚ ਫੋਲੋ ਕਰਦੇ ਹਾਂ। ਇਹਦਾ ਮਤਲਬ ਹੈ ਕਿ ਅਸੀਂ ਸਿੰਪਲ ਟ੍ਰੀਟਮੈਂਟਸ ਨਾਲ ਸ਼ੁਰੂ ਕਰਦੇ ਹਾਂ, ਮੇਬੀ ਜਸਟ ਅ ਲਾਈਫਸਟਾਈਲ ਮੋਡੀਫਿਕੇਸ਼ਨ। ਅਗਰ ਉਹ ਬਹੁਤ ਜ਼ਿਆਦਾ ਮੋਟਾਪਾ ਹੈਗਾ ਤੇ ਅਸੀਂ ਉਹਨਾਂ ਨੂੰ ਬੋਲਾਂਗੇ ਤੁਸੀਂ ਆਪਣਾ ਮੋਟਾਪਾ ਘੱਟ ਕਰੋ, ਐਂਡ ਮੈਨੀ ਪੀਪਲ ਟੂ ਕਨਸੀਵ। ਫਿਰ ਅਸੀਂ ਕਦੀ ਕਪਲਸ ਨੂੰ ਦਵਾਈਆਂ ਦਿੰਦੇ ਹੈਗੇ ਆ, ਜਿਵੇਂ PCOD ਦੀ ਪ੍ਰੋਬਲਮ ਬਹੁਤ ਜ਼ਿਆਦਾ ਕਾਮਨ ਹੈ, ਉਹਦਾ ਇਲਾਜ ਹੈ ਸਿੰਪਲ, ਇੱਕ ਅਸੀਂ ਉਹਨਾਂ ਨੂੰ ਓਵੂਲੇਸ਼ਨ ਇੰਡਕਸ਼ਨ ਦੀ ਗੋਲੀ ਦੇਣੀ ਹੈ ਜਿਹਨੂੰ 5 ਦਿਨ ਖਾਣੀ ਹੈ, ਉਹਦੇ ਅੰਦਰ ਹੀ 90% ਆਫ ਦ ਫੀਮੇਲਸ ਕਨਸੀਵ। ਅਗਰ ਉਹ ਵੀ ਨਹੀਂ ਹੋਇਆ ਤੇ ਅੱਗੇ ਇੱਕ ਸਟੈਪ ਵਧਾਂਗੇ, IUI ਟ੍ਰੀਟਮੈਂਟ ਆਫਰ ਕਰਾਂਗੇ। IVF ਜਿਹੜਾ ਹੈਗਾ ਉਹ ਸਾਡਾ ਲਾਸਟ ਰਿਜ਼ੋਰਟ ਆਫ ਟ੍ਰੀਟਮੈਂਟ ਹੈ ਨਾ, ਬਟ ਐਟ ਦ ਸੇਮ ਟਾਈਮ taking IVF when it is absolutely indicated and when your simple treatment options have failed is very important. ਲੋਕ ਕੀ ਕਰਦੇ ਹੈਗੇ ਆ, ਦਵਾਈਆਂ ਖਾਂਦੇ ਹੈਗੇ, 2-2 3-3 ਸਾਲ ਦਵਾਈਆਂ ਖਾਂਦੇ ਆ, IUI ਕਰਾਏ 8-8 10-10 ਸਾਲ IUI ਕਰਾਏ, ਤਾਂ ਇਹਦਾ ਕੋਈ ਮਤਲਬ ਨਹੀਂ ਹੈਗਾ। ਤੁਹਾਨੂੰ ਇੱਕ ਸੀੜੀ ਦੀ ਤਰ੍ਹਾਂ ਚੜ੍ਹਨਾ ਹੈ, ਪਹਿਲੇ ਇੱਕ ਟ੍ਰੀਟਮੈਂਟ ਲੈਣਾ ਹੈ, ਅਗਰ ਉਹ ਕੰਮ ਨਹੀਂ ਕਰਦਾ ਤੇ ਦੂਜੇ ਵੱਲ ਵਧਣਾ ਹੈ, ਅਗਰ ਉਹ ਨਹੀਂ ਕੰਮ ਕਰਦਾ ਤੇ ਲਾਸਟ ਰਿਜ਼ੋਰਟ IVF ਹੈਗਾ। ਇਹ ਸੋਚਣਾ ਕਿ ਹਾਈ ਜੀ ਅਸੀਂ IVF ਸਪੈਸ਼ਲਿਸਟ ਕੋਲ ਜਾਵਾਂਗੇ ਤਾਂ ਸਾਡਾ IVF ਹੀ ਹੋਏਗਾ, ਇਹ ਬਹੁਤ ਹੀ ਵੱਡਾ ਮਿਸਕਨਸੈਪਸ਼ਨ ਹੈ। ਅੱਛਾ ਡਾਕਟਰ ਸਾਹਿਬ, IVF ਦੀ ਗੱਲ ਕਰ ਰਹੇ ਹਾਂ ਤੇ ਮਿਲਨ IVF ਦੇ ਵਿੱਚ ਕੀ ਪ੍ਰੋਸੈਸ ਹੈ ਜਾਂ ਕਿਵੇਂ ਇਹਦਾ ਟ੍ਰੀਟਮੈਂਟ ਹੈ, ਉਹ ਵੀ ਥੋੜਾ ਜਿਹਾ ਦੱਸੋ। ਹਾਂਜੀ, ਤੇ ਅਸੀਂ ਮਿਲਨ ਫਰਟੀਲਿਟੀ ਸੈਂਟਰ ਜਿਹੜਾ ਹੈਗਾ ਇੱਕ ਬਹੁਤ ਹੀ ਐਥੀਕਲ ਸੈਂਟਰ ਅਸੀਂ ਇਹਨੂੰ ਕਹਿੰਦੇ ਹੈਗੇ ਆ, ਇਹ ਸਾਡੀ USP ਹੈਗੀ ਹੈ। ਤੇ ਅਸੀਂ ਸਾਰੇ ਟ੍ਰੀਟਮੈਂਟਸ ਰਾਈਟ ਫਰੋਮ ਸਿੰਪਲਰ ਟ੍ਰੀਟਮੈਂਟ ਆਪਸ਼ਨਸ ਟੂ ਐਡਵਾਂਸ ਟ੍ਰੀਟਮੈਂਟ ਅਸੀਂ ਆਪਣੇ ਪੇਸ਼ੈਂਟਸ ਨੂੰ ਆਫਰ ਕਰਦੇ ਹੈਗੇ ਆ। ਜਿਵੇਂ ਕਿ ਮੈਂ ਤੁਹਾਨੂੰ ਬੋਲਿਆ, ਦਵਾਈਆਂ ਦੇ ਨਾਲ ਪ੍ਰੈਗਨੈਂਸੀ ਕਰਾਉਂਦੇ ਹੈਗੇ ਆ, ਹੋਰ ਨੈਕਸਟ ਸਟੈਪ ਹੁੰਦਾ IUI, ਉਹ ਆਫਰ ਕਰਦੇ ਹੈਗੇ ਆ, ਫਿਰ IVF ICSI ਹੋ ਗਿਆ, ਹੋਰ ਵੀ ਸਾਡੇ ਕੋਲ ਬਹੁਤ ਜ਼ਿਆਦਾ ਐਡਵਾਂਸ ਟੈਕਨੀਕਸ ਹੈ ਲਾਈਕ ਬਲਾਸਟੋਸਿਸ ਟ੍ਰਾਂਸਫਰ, ਫਰੀਜ਼ੋਲ, ਐਰਾ, PGT ਕੀ ਹੁੰਦਾ, ਅਸੀਂ ਬੱਚੇ ਦੀ ਜੈਨੇਟਿਕ ਟੈਸਟਿੰਗ ਕਰਕੇ ਦੇਖਦੇ ਹੈਗੇ ਆ ਕਿ ਉਹ ਬੱਚਾ ਨਾਰਮਲ ਹੈਗਾ ਹੈ ਜਾਂ ਨਹੀਂ ਹੈਗਾ, ਔਰ ਉਨ ਪੇਸ਼ੈਂਟਸ ਵਿੱਚ ਆਫਰ ਕਰਦੇ ਆ ਜਿਹਦੇ ਵਿੱਚ ਫੀਮੇਲ ਦੀ ਏਜ ਬਹੁਤ ਜ਼ਿਆਦਾ ਹੈ, ਸੇ 40 ਇਅਰਸ ਤੋਂ ਜ਼ਿਆਦਾ ਹੈ, ਜਿਹਦੇ ਅੰਦਰ ਜੈਨੇਟਿਕ ਅਬਨੋਰਮੈਲਿਟੀਜ਼ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ। ਸੋ ਇਹ ਸਾਰੀ ਫੈਸਿਲਿਟੀ ਸਾਡੇ ਕੋਲ ਐਟ ਮਿਲਨ ਫਰਟੀਲਿਟੀ ਸੈਂਟਰ ਅਵੇਲੇਬਲ ਹੈਗੀਆਂ। ਅੱਛਾ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਇਨਫਰਟੀਲਿਟੀ ਦੀ, IVF ਦੀ, ਇੱਕ ਹੋਰ ਬੜਾ ਇੰਪੋਰਟੈਂਟ ਕੁਐਸਚਨ ਹੈਗਾ ਹੈ ਕਿ ਇਹ ਜਿਹੜੀ ਜਿਵੇਂ ਕਿ ਨੰਬਰਿੰਗ ਕਿੰਨੀ ਕੁ ਮੇਲਸ ਦੇ ਵਿੱਚ ਹੈ ਔਰ ਕਿੰਨੀ ਕੁ ਫੀਮੇਲਸ ਦੇ ਵਿੱਚ ਹੈ ਪੂਰੇ ਇੰਡੀਆ ਦੇ ਵਿੱਚ? ਯੈਸ, ਸੋ ਪਹਿਲੇ ਅਸੀਂ ਕਹਿੰਦੇ ਸੀਗੇ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਇਟ ਇਜ਼ ਜਸਟ ਅ ਫੀਮੇਲਸ ਕਾਜ਼, ਦੈਟ ਇਜ਼ ਵਾਟ ਸੋਸਾਇਟੀ ਨੂੰ ਪਹਿਲੇ ਲੱਗਦਾ ਸੀਗਾ। ਹੁਣ ਅਸੀਂ ਦੇਖਿਆ ਕਿ 1/3 ਕੇਸਿਸ ਵਿੱਚ ਇਟ ਇਜ਼ ਦ ਫੀਮੇਲ ਪਾਰਟਨਰ, 1/3 cases is the male partner, and another 1/3 is maybe a combination of दोनों male and female partner. ਤਾਂ ਕਰਕੇ ਦੋਨਾਂ ਨੂੰ evaluate ਕਰਨਾ ਔਰ test ਕਰਨਾ at the right time is very important. ਅੱਜ ਕੱਲ੍ਹ ਅਸੀਂ ਇੱਕ ਹੋਰ ਚੀਜ਼ ਦੇਖ ਰਹੇ ਹਾਂ ਕਿ male infertility ਬਹੁਤ ਹੀ ਜ਼ਿਆਦਾ ਵੱਧ ਰਹੀ ਹੈਗੀ ਹੈ, maybe because of lifestyle factors। ਕੀ ਹੋ ਰਿਹਾ, sedentary lifestyle ਹੈਗੀ ਹੈ, exercise ਨਹੀਂ ਕਰਦੇ, ਮੋਟਾਪਾ ਵਧਿਆ ਹੋਇਆ ਹੈ, addictions ਵੱਧ ਗਈਆਂ, alcohol, smoking, in our Punjab setting maybe drug
ਇਨਟੇਕ, ਇਹ ਸਾਰੀ ਚੀਜ਼ਾਂ ਵੱਧ ਗਈਆਂ। ਹੋਰ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ ਯੂਜ਼ ਆਫ ਮੋਬਾਈਲ ਫੋਨਸ, ਯੂਜ਼ ਆਫ ਲੈਪਟਾਪਸ, ਸਪੈਸ਼ਲੀ ਜਿਹੜਾ 4G 5G ਆ ਗਿਆ ਉਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦਿੰਦਾ ਹੈ। ਵੀ ਆਲ ਨੋ ਵੀ ਕੈਨ ਨਾਟ ਲਿਵ ਵਿਦਆਊਟ ਇਟ, ਬਟ that is known to significantly interfere with male fertility। ਅੱਛਾ ਡਾਕਟਰ ਸਾਹਿਬ, ਇਸ ਤੋਂ ਬਾਅਦ ਇੱਕ ਬੜੀ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਜਿਹੜੇ ਵੀ ਕਪਲਸ IVF ਕਰਾਉਣਾ ਚਾਹੁੰਦੇ ਨੇ ਉਹਨਾਂ ਦੇ ਮਨ ਵਿੱਚ ਇਹ ਗੱਲ ਜ਼ਰੂਰ ਆਏਗੀ ਕਿ ਇਹ ਪੱਕਾ ਸਾਡਾ ਹੀ ਬੱਚਾ ਹੈ, ਜਾਂ ਕਹਿ ਸਕਦੇ ਹੋ ਕਿ ਇਹ ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਹੈ ਕਿ ਉਹਨਾਂ ਦੇ ਹੀ ਜੀਨਸ 'ਤੇ ਡਿਪੈਂਡ ਹੈ, ਜਾਂ ਕਹਿ ਸਕਦੇ ਹੋ ਕਿ IVF ਟਰੀਟਮੈਂਟ ਪਿਓਰਲੀ ਇੱਕ ਜੈਨੇਟਿਕ ਟਰੀਟਮੈਂਟ ਹੈ। ਜੀ ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ, ਔਰ ਇਹ ਕੁਐਸਚਨ ਤੁਹਾਡੇ ਨਹੀਂ ਬਹੁਤ ਸਾਰੇ ਸਾਡੇ ਪੇਸ਼ੈਂਟਸ ਆਉਂਦੇ ਹਨ, ਔਰ ਸੋਸਾਇਟੀ ਇਨ ਜਨਰਲ ਦੇ ਵਿੱਚ ਇਹ ਕੁਐਸਚਨ ਹੈਗਾ, ਸਪੈਸ਼ਲੀ ਜਦ ਮੂਵੀਜ਼ ਆ ਰਹੀਆਂ ਲਾਈਕ ਗੁੱਡ ਨਿਊਜ਼ ਜਿਹਦੇ ਅੰਦਰ ਦਿਖਾਇਆ ਗਿਆ ਕਿ ਦੇਰ ਮਾਈਟ ਬੀ ਅ ਮਿਸਮੈਚ। ਸੋ ਇਟ ਇਜ਼ ਅ ਵੈਰੀ ਪਰਟੀਨੈਂਟ ਕੁਐਸਚਨ, ਔਰ ਇਹਦੇ ਕਾਰਨ ਹੀ ਹੁਣ ਸਾਡਾ ART ਲਾਅ ਬਣਿਆ ਹੈਗਾ। ਸਾਡਾ ਪੂਰਾ IVF ਇਜ਼ ਨਾਓ ਕਵਰਡ ਅੰਡਰ ਦ ਗਵਰਨਮੈਂਟ ਐਂਡ ਦੇਰ ਆਰ ਵੈਰੀ ਵੈਰੀ ਸਟ੍ਰਿਕਟ ਗਾਈਡਲਾਈਨਸ ਰਿਗਾਰਡਿੰਗ ਆਲ ਦਿਸ। ਔਰ ਤੁਸੀਂ ਅਗਰ ਤੁਹਾਨੂੰ ਲੱਗਦਾ ਹੈਗਾ ਤੇ IVF ਦੇ ਬੱਚਿਆਂ ਨੂੰ ਅਸੀਂ ਬੋਲਦੇ ਹਾਂ, ਇਫ ਯੂ ਹੈਵ ਸੱਚ ਕਾਈਂਡ ਆਫ ਅ ਡਾਊਟ, ਤੁਸੀਂ genetic testing ਕਰਾ ਸਕਦੇ ਹੋ, and if it is found that there is something like this happening, it is actually an offense under the Indian law। So ਅੱਜਕੱਲ ਸਾਡੀ ਗਵਰਨਮੈਂਟ ਨੇ ਬਹੁਤ ਹੀ strict guidelines ਬਣਾਤੀਆਂ, and if you go to any ethical center, I don't think anybody is practicing such kind of a thing, but yes ਸਾਡੀ society ਵਿੱਚ ਬਹੁਤ ਹੀ ਵੱਡੀ ਮਿਥ ਹੈਗੀ ਹੈ ਕਿ ਮੇਰਾ ਹੀ ਬੱਚਾ ਹੋਏਗਾ, ਕਿਤੇ ਗੇਮੀਟਸ ਤੇ ਨਹੀਂ ਮਿਕਸ ਹੋ ਜਾਣਗੇ। ਤੇ ਇਹਦੇ ਵਾਸਤੇ ਅਸੀਂ ਆਪਣੀ ਲੈਬ ਵਿੱਚ ਇਨ ਜਨਰਲ ਬਹੁਤ ਜ਼ਿਆਦਾ ਪ੍ਰੀਕਾਸ਼ਨਸ ਰੱਖਦੇ ਹੈਗੇ ਆ, ਡਬਲ ਵਿਟਨੈਸਿੰਗ ਕਰਦੇ ਆ, ਇਲੈਕਟ੍ਰੋਨਿਕ ਵਿਟਨੈਸਿੰਗ ਕਰਦੇ ਆ, ਜਿਹਦੇ ਕਾਰਨ ਇਹ ਸਾਰੀ ਪ੍ਰੋਬਲਮਸ ਨਾ ਆਉਣ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਿ ਜੋ ਵੀ IVF ਟਰੀਟਮੈਂਟ ਲੈ ਰਿਹਾ, ਮੀਨਸ ਕਿ ਜਿੰਨੇ ਮਦਰ ਬੰਦਾ ਸੁਪਨਾ ਲੈ ਲਿਆ ਕਿ ਚਲੋ ਠੀਕ ਹੈ IVF ਦੇ ਟਰੀਟਮੈਂਟ ਨਾਲ ਅਸੀਂ ਇਹ ਪ੍ਰੋਸੈਸ ਨਾਲ ਚੱਲ ਪੈਂਦੇ ਹਾਂ, ਲੇਕਿਨ ਕਿਤੇ ਨਾ ਕਿਤੇ ਜਿਹੜੀ ਮਦਰ ਹੈ ਕਿ ਉਹਨੂੰ ਉਸ ਚੀਜ਼ ਦਾ ਕੋਈ ਰਿਸਕ ਹੈ, ਉਹਦੀ ਜਾਨ ਨੂੰ, ਉਹਦੀ ਲਾਈਫ ਨੂੰ ਕੋਈ ਰਿਸਕ ਹੋ ਸਕਦਾ ਹੈ? ਦੇਖੋ IVF ਟੈਕਨੋਲੋਜੀ ਨੂੰ ਹੁਣ ਆਲਮੋਸਟ 45 ਇਅਰਸ ਹੋਣ ਵਾਲੇ ਹੈਗੇ ਆ। ਜਿਹੜਾ ਪਹਿਲਾ ਬੱਚਾ ਸੀਗਾ IVF ਦਾ, ਉਹਦਾ ਨਾਂ ਸੀ ਲੂਈ ਬਰਾਊਨ। ਸ਼ੀ ਵਾਸ ਬੋਰਨ ਇਨ 1978, ਉਹਨੂੰ 45 ਇਅਰਸ ਦੀ ਹੈ। ਉਸ ਟਾਈਮ ਤੇ IVF ਇੱਕ ਬਹੁਤ ਹੀ ਨਿਊ ਟੈਕਨੋਲੋਜੀ ਸੀਗੀ। ਹੁਣ ਅੱਜ ਕੱਲ੍ਹ IVF ਦੇ ਪ੍ਰੋਟੋਕੋਲਸ ਵਿੱਚ ਔਰ ਸਿਸਟਮ ਵਿੱਚ ਇਤਨੀ ਜ਼ਿਆਦਾ ਐਡਵਾਂਸਮੈਂਟ ਆ ਚੁੱਕੀ ਹੈ ਕਿ IVF ਹੁਣ ਬਹੁਤ ਜ਼ਿਆਦਾ ਪੇਸ਼ੈਂਟ ਫਰੈਂਡਲੀ ਔਰ ਬਹੁਤ ਹੀ ਸੇਫ ਪ੍ਰੋਸੀਜਰ ਹੋ ਚੁੱਕਿਆ ਹੈ। ਪਲੱਸ IVF ਦੇ ਸਕਸੈਸ ਰੇਟਸ ਜੋ ਕਿ ਪਹਿਲੇ 1% ਹੁੰਦੇ ਸੀਗੇ ਮੇਬੀ 45 years back, ਹੁਣ ਉਹ 60 to 70% ਹੋ ਚੁੱਕੇ हैं। So to answer your question, yes, IVF ਇੱਕ ਬਹੁਤ ਹੀ ਸੇਫ ਔਰ ਪੇਸ਼ੈਂਟ ਫਰੈਂਡਲੀ ਪ੍ਰੋਸੀਜਰ ਹੈਗਾ। ਸੋ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜੇ ਰਹਿਣਗੇ ਡਾਕਟਰ ਜਸਨੀਤ ਕੌਰ, ਤੇ ਉਹਨਾਂ ਕੋਲ ਜਾਣਾਂਗੇ ਕਿ IVF ਟਰੀਟਮੈਂਟ ਕਿੰਨਾ ਕੁ ਫਾਇਦੇਮੰਦ ਹੈ। ਉਹ ਬਿੱਟੂ ਆ ਗਿਆ ਤੂੰ? ਮੈਨੂੰ ਤਾਂ ਲੱਗਿਆ ਸ਼ਰਮਾ ਜੀ ਦੀ ਤਰ੍ਹਾਂ ਦੁਕਾਨ ਵੇਚਤੀ। ਉਹ ਮਹਾਰਾਜ ਸਾਨੂੰ ਬਚਾ ਲਿਆ ਸੁਹਾਣਾ ਹਸਪਤਾਲ ਨੇ, ਵਰਨਾ ਵਿਕ ਜਾਂਦੀ। ਮਤਲਬ ਪਿਤਾ ਜੀ ਨੂੰ ਉੱਥੋਂ ਦੇ ਐਕਸਪੀਰੀਅੰਸ ਡਾਕਟਰਾਂ ਨੇ ਤੇ ਮੈਨੂੰ ਹਸਪਤਾਲ ਦੇ ਘੱਟ ਖਰਚਿਆਂ ਨੇ ਬਚਾ ਲਿਆ। 28 ਸਾਲਾਂ ਦੇ ਭਰੋਸੇ ਦੇ ਨਾਲ ਸੁਹਾਣਾ ਹਸਪਤਾਲ ਮੋਹਾਲੀ। बुलंद उद्योग हमारे भोपा राय। सर आप TCY के प्लेटफॉर्म के थ्रू प्रिपेयर कराते हो? हमारा अपना सिस्टम है ना। कोचिंग में सिर्फ फैसिलिटीज नहीं, TCY का प्लेटफॉर्म चाहिए। चुनो वही कोचिंग जहां तैयारी TCY से हो। ਲਓ ਜੀ, ਮੈਨੂੰ ਤਾਂ ਮੇਰਾ ਹਮਸਫਰ ਮਿਲ ਗਿਆ, ਤੇ ਜੇ ਤੁਸੀਂ ਵੀ ਆਪਣਾ ਹਮਸਫਰ ਲੱਭ ਰਹੇ ਹੋ ਤਾਂ ਤੁਸੀਂ ਲੱਭ ਸਕਦੇ ਹੋ punjabishadi.com ਤੇ 30 ਦਿਨ ਦੀ ਮੈਚ ਗਰੰਟੀ ਦੇ ਨਾਲ। ਤੇ ਹੁਣੇ ਡਾਊਨਲੋਡ ਕਰੋ punjabishadi.com ਐਪ ਤੇ ਕਰੋ ਮੌਜਾਂ ਹੀ ਮੌਜਾਂ। ਸਿਰਫ 4 ਦੀਵਾਰਾਂ ਦਾ ਮਤਲਬ ਘਰ ਨਹੀਂ ਹੁੰਦਾ। ਘਰ ਤਾਂ ਆਪਣਿਆਂ ਨਾਲ ਬਣਦਾ ਹੈ, ਆਪਣਿਆਂ ਦੇ ਸੁਪਨਿਆਂ ਨਾਲ ਬਣਦਾ ਹੈ। ਅਸੀਂ ਤਾਂ ਬਸ ਤੁਹਾਡਾ ਸਾਥ ਦਿੰਦੇ ਹਾਂ। ਤੁਸੀਂ ਹੀ ਤਾਂ ਹੋ ਜੋ ਮਕਾਨ ਨੂੰ ਘਰ ਬਣਾਉਂਦੇ ਹੋ। SBI ਹੋਮ ਲੋਨਸ ਮਕਾਨ ਨੂੰ ਘਰ ਬਣਾਉਣ ਦੇ ਸਫ਼ਰ ਵਿੱਚ ਹਮੇਸ਼ਾ ਤੁਹਾਡਾ ਹਮਸਫ਼ਰ। ਇਸ ਮਿੱਟੀ ਤੇ ਘਰ ਪਾਪਾ ਸਭ ਸੋਚਿਆ ਹੈ। ਘਰ ਜ਼ਿੰਦਗੀ ਵਿੱਚ ਇੱਕ ਹੀ ਵਾਰ ਬਣਦਾ ਹੈ। ਭਰੋਸਾ ਰੱਖੋ, ਘਰ ਮਜ਼ਬੂਤ ਹੀ ਬਣੇਗਾ। ਇੱਕ ਹੈ ਮੌਕਾ, ਇਸ ਵਿੱਚ ਸਭ ਲਗਾਵਾਂਗਾ। ਆਪਣੇ ਇਰਾਦਿਆਂ ਜਿਹਾ ਮਜ਼ਬੂਤ ਇੱਕ ਘਰ ਬਣਾਵਾਂਗਾ। ਭਿਜਵਾਉਣਾ ਸਿਰਫ ਅਲਟਰਾਟੈਕ ਹੀ। ਅਲਟਰਾਟੈਕ ਹੀ ਕਿਉਂ? ਤੁਸੀਂ ਤੇ ਕਿਹਾ ਸੀ ਘਰ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਹੀ ਬਣਦਾ ਹੈ। ਘਰ ਇੱਕ, ਮੌਕਾ ਇੱਕ। ਇਸ ਲਈ ਸੀਮੈਂਟ ਵੀ ਦੇਸ਼ ਦਾ ਨੰਬਰ 1। अल्ट्राटेक, इंडियाज नंबर 1 सीमेंट। देखना पापा, काफी अच्छा बनेगा हमारा नया घर। घर की मजबूती के बारे में क्या? पापा फर्स्ट प्राइज।
वाह। जब फाउंडेशन स्ट्रॉन्ग होगी तो पीछे कैसे रहेगी? पापा हम अपना घर ज्योति टीएमटी से बनवाएंगे। आप अपने सपनों का घर बनाएंगे, मजबूती का भरोसा हमारा। ज्योति टीएमटी, भरोसे की ताकत। वेले सिर खा लेना आते प्लीज बाइक हौले चलाउना जी। ते ए तुहाडी सुरक्षा दे लई। ओह एक गल तां रह गई। LIC ए साडी सुरक्षा दे लई। दिल की सुनो, LIC चुनो। LIC हर पल तुहाडे नाल। जिस तरह किसान पूरी दुनिया का ख्याल रखता है, उसी तरह किसानों का ख्याल जगतजीत रखता है। जगतजीत। सो ब्रेक तो बाद एक और फिर ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਡਾਕਟਰ ਸਪੀਕ। ਡਾਕਟਰ ਸਾਹਿਬ ਜਿਵੇਂ ਕਿ ਇਹਲਾ ਪ੍ਰੋਸੈਸ IVF ਦਾ ਜਿਹੜਾ ਪ੍ਰੋਸੈਸ ਹੁੰਦਾ ਹੈ ਤੇ ਇਹਦੇ ਵਿੱਚ ਕਿੰਨੇ ਕੁ % ਚਾਂਸਸ ਹੁੰਦੇ ਆ ਕਿ ਨੈਕਸਟ ਜਨਰੇਸ਼ਨ ਦੇ ਕੰਪਲੀਟ ਹੋਣ ਦੇ, ਕਿਉਂਕਿ ਇਹਦਾ ਪ੍ਰੋਸੈਸ ਆਈ ਥਿੰਕ ਕਾਫੀ ਲੰਬਾ ਵੀ ਹੈ ਔਰ ਉਹਦੇ ਵਿੱਚ ਕਾਫੀ ਧਿਆਨ ਵੀ ਰੱਖਣਾ ਪੈਂਦਾ ਹੈ, ਤੇ ਉਹਦਾ 100% ਗਰੰਟੀ ਦਿੰਦੇ ਹੋ ਤੁਸੀਂ? ਫਿਰ देखो जो तुसी ये गल 100% गारंटी दी कीती है, सानू पेशेंट फोन कर करके भी पूछते हैगे हैं, असी IVF करा रहे हैं, इन्ने पैसे खर्च कर रहे हैं, तो गारंटी हैगी है कि बच्चा पक्का हो जाएगा। तो कई लोग कहते भी हैगे हैं हाँ जी गारंटी हैगी है, और लोगों को सुनना अच्छा लगता है, बट मैडिकली वर्ल्ड वाइड IVF ਦਾ सक्सैस रेट कभी भी 100% नहीं हैगा। साडे कोल इस तरह की टैक्नोलॉजी नहीं हैगी कि असी सारिਆਂ ਨੂੰ कहिए कि यस तुसी पक्का प्रेगनेंट हो जाओगे। मींस कि बार-बार और प्रोसेस चलता है। हाँ जी, बट ਇਹ ਗੱਲ ਸਮਝਣਾ ਜ਼ਰੂਰੀ ਹੈ ਕਿ ਪਹਿਲੇ ਜੋ 1% ਸਕਸੈਸ ਰੇਟ ਸੀਗਾ 45 ਇਅਰਸ ਬੈਕ, ਉਹ ਵਿਦ ਐਡਵਾਂਸਮੈਂਟਸ ਇਨ ਟੈਕਨੋਲੋਜੀ ਹੁਣ 60 to 70% ਪਹੁੰਚ ਗਿਆ। ਔਰ ਅਗਰ ਅਸੀਂ ਕਿਊਮੂਲੇਟਿਵ ਲਾਈਫ ਬਰਥ ਦੀ ਗੱਲ ਕਰੀਏ, ਲਾਈਕ ਅਗਰ ਤੁਸੀਂ 2 ਜਾਂ 3 ਵਾਰੀ ਅਟੈਂਪਟ ਕਰੋ ਤੇ ਉਹ ਗੁੱਡ ਪ੍ਰੋਗਨੋਸਿਸ ਪੇਸ਼ੈਂਟਸ ਵਿੱਚ ਇਟ ਇਜ਼ ਈਵਨ ਅਪ ਟੂ 90%, ਬਟ ਸਟਿਲ ਨੈਵਰ 100%, ਹੈ ਨਾ। ਤੇ ਇਹ ਗੱਲ ਸਮਝਣਾ ਬਹੁਤ ਹੀ ਜ਼ਰੂਰੀ ਹੈ ਇੱਕ ਕਪਲ ਵਾਸਤੇ, ਔਰ ਡਾਕਟਰਸ ਨੂੰ ਵੀ ਇਹ ਇਨਫੋਰਮੇਸ਼ਨ ਦੇਣਾ, ਪੇਸ਼ੈਂਟਸ ਨੂੰ ਟਰੂ ਇਨਫੋਰਮੇਸ਼ਨ ਦੇਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, क्योंकि ये पेशेंट्स वैसे ही एक बहुत ज़्यादा इमोशनल टर्मोइल की जर्नी कर रहे होंगे हैं, एंड अगर असी उन्होंने सही इन्फॉर्मेशन ना दिए तो मैं समझदी हाँ कि सही नहीं है। अच्छा डॉक्टर साहब, बड़ा इंपॉर्टेंट इत्थे क्वेश्चन निकल के आंदा है कि हुण चलो किसी ने IVF ट्रीटमेंट लै भी लिया, लेकिन हर दे मन विच ये हुंदा है कि जिहड़ा वो बेबी होएगा वो पूरा नॉर्मल होएगा जां ओहदे विच कोई अबनॉर्मलिटी तो नहीं होएगी, जिस तरह कि कह सकते हैं कि कोई ब्रेन दी कोई कमी होवे जां हार्ट दी कोई कमी होए जां कोई मींस कि कंप्लीट बेबी होएगा? बिल्कुल बिल्कुल बिल्कुल। सो ये तुहाडा ही क्वेश्चन ही हैगा। इन जनरल बहुत ज़्यादा इहदे उत्ते साडे कोल हुण साइंटिफिक डेटा इकट्ठा हो गया है। पुराने 45 ईयर्स का डेटा जब स्टडी किया गया तो रिसर्च ने पाया कि IVF बेबीज़ के अंदर कोई जेनेटिक अबनॉर्मैलिटीज़ नहीं होंदियां, कोई कंजेनाइटल मैलफॉर्मेशंस नहीं होंदियां, कोई मैंटल रिटार्डेशन नहीं होंदी, इन्हां दा IQ लेवल बिल्कुल ठीक होंदा है, इन्हां दा इमोशनल कोशेंट बहुत अच्छा होंदा है। इनफैक्ट इंटरेस्टिंगली कि US में स्टडी की गई देखने वास्ते कि IVF दे बच्चे स्कूल विच किवें परफॉर्म करते हैं, यू नो, इन कंपैरिजन टू जो बच्चे नेचुरली कंसीव करते सीगे। एंड इंटरेस्टिंगली दैट स्टडी फाउंड कि IVF दे बच्चे जो हैं वो क्लास विच उन्हां दे ग्रेड्स और बाकी चीज़ां वर मच बेटर, इसको ज़्यादा शार्प नहीं। बिल्कुल बिल्कुल बिल्कुल। सो यस IVF बेबीज आर एज नॉर्मल कंसेप्शन। बड़ी वधिया गल कर गए तुसीं कि IVF ट्रीटमेंट नाल एक नॉर्मल बेबी उन्हां लोकां नूं मिल सकदा है ਜਿਹੜੇ कपल उड़ीक कर रहे हैं कि उन्हां दी नैक्सट जनरेशन होवे। एक बहुत ही इंपॉर्टेंट चीज़ निकल के आती है कि चलो ये तो चलो ट्रीटमेंट हो गया, IVF ट्रीटमेंट हो गया, लेकिन आप एक क्लॉक की गल करिए, जी फीमेल क्लॉक की गल करिए तो वो किहो जिहा होना चाहिए कि सानू इस लैवल तक ना पहुँचना पवे, जां नॉर्मल बेबीज़ ही आन, जा कह सकते हो कि एक नैचुरल वे दे नाल एक वो प्रोसैस चले। बिल्कुल बिल्कुल जी। सो ये गल अजकल दी जो साडी सोसाइटी हो गई है उहदे विच गल बहुत ज़्यादा इंपॉर्टेंट हैगी है, क्योंकि अजकल असीं देख रहे हैगे हाँ, जिवें तुहानूं पहले भी कहा कि all females now are more career driven। सारिਆਂ ਨੂੰ अपने प्रोफैशन ਦੀ पीक ਤੇ ਪਹੁੰਚਣਾ ਹੈਗਾ, ਸਾਰਿਆਂ ਨੂੰ अपनी इंडिपेंडेंस ਚਾਹੀਦੀ ਹੈਗੀ ਹੈ, फाइनैंशियल इंडिपेंडेंस चाहिए हैगी है बिफोर दे स्टार्ट अ फैमिली। बट अनफॉर्चुनेटली की होंदा है हर एक फीमेल दे एग नंबर्स एट बर्थ फिक्स होंदे हैं, जिवें जिवें उन्हां दी एज वधदी जांदी है वो एग नंबर्स उम्र दे नाल घटदे जांदे हैं। एक इंदिरा नूई
CEO ਹੈਗੀ ਪੈਪਸੀ ਦੀ ਐਕਸ CEO ਹੈ, ਉਹਨੇ ਕਿਹਾ ਸੀਗਾ women cannot have it all since their professional and biological clocks are ticking in the opposite direction. ਇਹਦਾ ਮਤਲਬ ਹੈ ਕਿ ਜਦ ਉਹ ਆਪਣੇ profession ਦੇ ਪੀਕ ਤੇ ਪਹੁੰਚ ਗਏ ਉਸ ਟਾਈਮ ਤੇ ਉਹਨਾਂ ਦੀ ਜਿਹੜੀ ਐਗ ਨੰਬਰਸ ਹੈਗੇ ਔਰ ਉਹਨਾਂ ਦੀ ਜਿਹੜੀ ਫਰਟੀਲਿਟੀ ਹੈ ਉਹਦਾ ਡਾਊਨਵਰਡ ਟ੍ਰੈਂਡ ਸ਼ੁਰੂ ਹੋ ਗਿਆ। ਹਾਂ, ਬਹੁਤ ਵੱਡੀ ਗੱਲ ਹੈ ਤੇ ਬਟ ਹੁਣ ਕੀ ਹੋਇਆ ਕਿ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ that in advancements in technology ਅਸੀਂ ਇਸ ਕਲੌਕ ਨੂੰ ਪੌਜ਼ ਕਰ ਸਕਦੇ ਹਾਂ। ਹੁਣ ਅਸੀਂ IVF with egg freezing ਦੀ ਆਪਸ਼ਨ ਹੁੰਦੀ ਹੈ ਜਿਹਦੇ ਨਾਲ ਫੀਮੇਲਸ ਆਪਣੇ ਐਗ ਫਰੀਜ਼ ਕਰ ਸਕਦੀਆਂ ਹੈਗੀਆਂ, ਯੂ نو ਸਪੈਸ਼ਲੀ ਇਫ ਦੇ ਆਰ ਥਿੰਕਿੰਗ ਕਿ ਹੁਣ ਉਹਨਾਂ ਨੇ ਬੱਚਾ ਨਹੀਂ ਕਰਨਾ, ਹਾਲੇ ਉਹਨਾਂ ਨੂੰ ਸਹੀ ਪਾਰਟਨਰ ਨਹੀਂ ਮਿਲਿਆ, ਕਈ ਲੋਕਾਂ ਨੂੰ ਸਹੀ ਪਾਰਟਨਰ ਨਹੀਂ ਮਿਲਿਆ, they don't want to compromise, so you know the technology has given them the freedom ਕਿ ਤੁਸੀਂ ਆਪਣੇ ਐਗਸ ਫਰੀਜ਼ ਕਰੋ whenever you are ready to start a family, say at the age of 32 35 ਤੁਸੀਂ ਨੈਚੁਰਲੀ ਟਰਾਈ ਕਰੋ, ਨਹੀਂ ਹੋਇਆ then you have something to fall back on, ਤੁਹਾਡੇ ਕੋਲ ਐਗਸ ਫਰੋਜ਼ਨ ਪਏ ਹੈ ਜੋ ਕਿ ਤੁਸੀਂ ਬਾਅਦ ਚ ਕਦੀ ਯੂਜ਼ ਕਰ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਇਸ ਸਮੇਂ ਦੇ ਵਿੱਚ ਨਾ ਵੈਸੇ ਡਿਪਰੈਸ਼ਨ ਵੀ ਬਹੁਤ ਜ਼ਿਆਦਾ ਹੋ ਚੁੱਕਾ ਹੈ, ਜਿਸ ਤਰ੍ਹਾਂ ਕਿ ਗਰਲਸ ਬਹੁਤ ਡਿਪਰੈਸਡ ਹੋ ਜਾਂਦੀਆਂ ਜਾਂ ਬੜੇ ਸਟ੍ਰੈਸ ਲੈ ਜਾਂਦੀਆਂ, ਓਹੋ ਐਸੇ ਕੈਸੇ ਹੋ ਗਿਆ, ਜਾਂ ਇਹ ਕਹਿ ਸਕਦੇ ਹੋ ਕਿ ਕਈਆਂ ਨੇ ਬੜੇ ਕੌਨਸ਼ੀਅਸ ਹੋ ਜਾਂਦੇ, ਉਹਦੇ ਕਰਕੇ ਵੀ ਜਿਹੜਾ ਸਾਈਕਲ ਹੈ ਉਹ ਖਰਾਬ ਹੋ ਜਾਂਦਾ, ਜਾਂ ਕਹਿ ਸਕਦੇ ਹੋ ਕਿ ਤੁਹਾਡੀ ਨੈਕਸਟ ਜਨਰੇਸ਼ਨ ਨੂੰ ਫਰਕ ਪੈਂਦਾ ਹੈ ਕਿ ਤੁਸੀਂ ਅਗਰ ਜਨਰੇਸ਼ਨ ਚਾਹੁੰਦੇ ਵੀ ਹੋ ਨਾ ਫਿਰ ਵੀ ਨਹੀਂ ਹੋ ਪਾਉਂਦੀ, ਉਸ ਚੀਜ਼ ਨੂੰ ਤੁਸੀਂ ਕਿਵੇਂ ਕਵਰ ਅਪ ਕਰ ਸਕਦੇ ਹਾਂ? ਦੇਖੋ ਇਸ ਤਰ੍ਹਾਂ ਕਿ ਸਟ੍ਰੈਸ ਇੱਕ ਬਹੁਤ ਹੀ ਮੇਜਰ ਕਾਰਨ ਹੈਗਾ ਇਨਫਰਟੀਲਿਟੀ ਦਾ। ਕੀ ਹੁੰਦਾ ਹੈ ਕਿ ਸਟ੍ਰੈਸ ਦੇ ਕਾਰਨ ਸਾਡੀ ਜਿਹੜੇ ਪੂਰੇ ਹਾਰਮੋਨਲ ਪ੍ਰੋਫਾਈਲ ਹੈ, ਜਿਹੜੇ ਪੂਰੇ ਰੀਪਰੋਡਕਟਿਵ ਹਾਰਮੋਨਸ ਹੈ ਉਹ ਪੂਰੇ ਡਿਸਅਰੇਂਜ ਹੋ ਜਾਂਦੇ ਹੈਗੇ ਆ, ਉਹਨਾਂ ਦਾ ਜਿਹੜਾ ਸਿਸਟਮ ਹੈਗਾ ਉਹ ਪੂਰਾ ਖਰਾਬ ਹੋ ਜਾਂਦਾ ਹੈ। ਸਾਡੇ ਕੋਈ ਹਾਰਮੋਨਸ ਹੈ ਉਹ ਸਟ੍ਰੈਸ ਦੇ ਕਾਰਨ ਵੱਧ ਜਾਂਦੇ ਆ ਜੋ ਕਿ ਐਕਚੁਅਲੀ ਨਾਰਮਲ ਪ੍ਰੋਸੈਸ ਆਫ ਰੀਪਰੋਡਕਸ਼ਨ ਦੇ ਨਾਲ ਇੰਟਰਫੇਅਰ ਕਰਦੇ ਹੈਗੇ ਆ। ਤਾਂ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ, ਅਸੀਂ ਸਾਰੇ ਕਪਲਸ ਨੂੰ ਕਹਿੰਦੇ ਹੈਗੇ ਆ ਕਿ ਅਗਰ ਜਦ ਵੀ ਤੁਸੀਂ ਪ੍ਰੈਗਨੈਂਸੀ ਵਾਸਤੇ ਟਰਾਈ ਕਰ ਰਹੇ ਹੋ, ਇੱਕ ਚੀਜ਼ ਜੋ ਤੁਹਾਡੇ ਹੱਥ 'ਚ ਹੈ ਉਹ ਹੈ ਕਿ ਤੁਸੀਂ ਸਟ੍ਰੈਸ ਨਹੀਂ ਲੈਣਾ। ਲੋਕ ਸਾਨੂੰ ਪੁੱਛਦੇ ਸੀ ਕੀ ਖਾਣਾ ਹੈ, ਕੀ ਪੀਣਾ ਹੈ, ਕੀ ਨਹੀਂ ਕਰਨਾ, ਕੀ ਕਰਨਾ ਹੈ, ਤੇ ਅਸੀਂ ਉਹਨਾਂ ਨੂੰ ਇੱਕ ਐਡਵਾਈਸ ਦਿੰਦੇ ਆ ਕਿ ਤੁਸੀਂ ਸਟ੍ਰੈਸ ਨਹੀਂ ਲੈਣਾ, ਬੀ ਪੋਜ਼ਿਟਿਵ, ਥਿੰਗਸ ਵਿਲ ਬੀ good. Stress ਇੱਕ ਐਸੀ ਚੀਜ਼ ਹੈ which is going to have a negative effect on your entire fertility treatment. ਅੱਛਾ, ਤੁਸੀਂ ਕਿਦਾਂ ਸਟ੍ਰੈਸ ਦੀ ਗੱਲ ਕੀਤੀ ਹੈ ਤੇ IVF ਟ੍ਰੀਟਮੈਂਟ ਤੋਂ ਬਾਅਦ ਬੈੱਡ ਰੈਸਟ ਦੀ ਵੀ ਲੋੜ ਪੈਂਦੀ ਹੈ? ਦੇਖੋ ਬਿਲਕੁਲ ਵੀ ਨਹੀਂ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ, ਅਸੀਂ ਗੱਲ ਕਰੀਏ ਤਾਂ ਲੋਕਾਂ ਨੂੰ ਬੋਲਿਆ ਜਾਂਦਾ ਸੀਗਾ IVF ਤੋਂ ਬਾਅਦ ਤੁਸੀਂ ਲੇਟੇ ਰਹੋ, ਟੰਗਾ ਉੱਤੇ ਕਰਕੇ ਲੇਟੇ ਰਹੋ 2 ਹਫ਼ਤੇ ਤੱਕ, ਜਦ ਤੱਕ ਬੱਚਾ ਤੁਹਾਡਾ ਰਿਜ਼ਲਟ ਨਹੀਂ ਆਉਂਦਾ। ਤੇ ਅੱਜ ਕੱਲ੍ਹ ਜੋ ਅਸੀਂ ਪੇਸ਼ੈਂਟਸ ਨੂੰ ਬੋਲਦੇ ਹਾਂ ਬਿਲਕੁਲ ਆਪੋਜ਼ਿਟ ਹੈ, ਅਸੀਂ ਉਹਨਾਂ ਨੂੰ ਕਹਿੰਦੇ ਹੈਗੇ ਹਾਂ ਕਿ ਪਲੀਜ਼ ਤੁਸੀਂ ਆਪਣੀ ਨੋਰਮਲ ਐਕਟੀਵਿਟੀਜ਼ ਕੰਟੀਨਿਊ ਕਰਨੀ ਹੈ ਐਜ਼ ਫਾਰ ਐਜ਼ ਪੋਸੀਬਲ, ਬਿਲਕੁਲ ਸਟ੍ਰੈਸ ਨਹੀਂ ਲੈਣਾ। ਕਿਉਂਕਿ ਬੈੱਡ ਰੈਸਟ ਕਰਕੇ ਬੰਦਾ ਉਸੇ ਚੀਜ਼ ਦੇ ਬਾਰੇ ਸੋਚਦਾ ਰਹੇਗਾ ਕਿ ਪਤਾ ਨਹੀਂ ਕੀ ਬਣੇਗਾ ਮੇਰਾ, ਸਟ੍ਰੈਸ ਹਾਰਮੋਨਸ ਵੱਧਦੇ ਰਹਿਣਗੇ ਔਰ ਉਹਦੇ ਕਾਰਨ ਤੁਹਾਡਾ ਰਿਜ਼ਲਟ ਜੋ ਪੋਜ਼ਿਟਿਵ ਆਣਾ ਉਹ ਵੀ ਨੈਗੇਟਿਵ ਆ ਜਾਏਗਾ। ਓਕੇ ਡਾਕਟਰ ਸਾਹਿਬ, ਕੋਈ ਕੇਸ ਦੱਸਣਾ ਚਾਹੋ ਇਹੋ ਜਿਹਾ ਕਿ ਜਿਹੜਾ ਬੜਾ ਕੰਪਲਿਕੇਟਡ ਰਿਹਾ ਹੋਵੇ ਇਹਨਾਂ ਕੁਝ ਸਾਲਾਂ ਜਿੰਨੇ ਟਾਈਮ ਤੇ ਤੁਸੀਂ ਕਰ ਰਹੇ ਹੋ ਮਿਲਨ IVF ਦੇ ਉੱਪਰ ਵਰਕ, ਤੇ ਕੋਈ ਇਹੋ ਜਿਹਾ ਕੇਸ ਦੱਸੋ ਜਿਹੜਾ ਕਿ ਬੜਾ ਕੰਪਲਿਕੇਟਡ ਰਿਹਾ ਲੇਕਿਨ ਉਹਦੇ ਰਿਜ਼ਲਟਸ ਬਹੁਤ ਅੱਛੇ ਰਹੇ ਹੋਣ? ਹਾਂਜੀ, ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਮਿਲਨ IVF ਸੈਂਟਰ ਵਿੱਚ ਹੁਣ ਸਾਡੇ ਕੋਲ ਬਹੁਤ ਹੀ ਐਡਵਾਂਸ ਟੈਕਨੋਲੋਜੀ ਹੈਗੀ ਹੈ। ਤੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਆਸਟ੍ਰੇਲੀਆ ਤੋਂ ਉਹਨਾਂ ਦੇ 3 ਤੋਂ 4 IVF ਫੇਲੀਅਰਸ ਹੋਏ ਸੀਗੇ ਐਂਡ ਬਹੁਤ ਹੀ ਜ਼ਿਆਦਾ ਪੇਸ਼ੈਂਟ ਇਨ ਡਿਸਟ੍ਰੈਸ ਸੀਗੀ, ਬਹੁਤ ਹੀ ਘੱਟ ਉਮੀਦਾਂ ਲੈ ਕੇ ਆਈ ਸੀਗੀ। ਇਨਫੈਕਟ ਉਹਨੇ ਸਾਨੂੰ ਬੋਲਿਆ ਸੀਗਾ ਕਿ ਮੈਮ ਮੇਰੇ ਐਗਸ ਹੁਣ ਕੁਆਲਿਟੀ ਅੱਛੀ ਨਹੀਂ ਹੈਗੀ, ਤੁਸੀਂ ਡੋਨਰ ਐਗ ਦੀ ਤਰਫ ਵਧੋ। ਤੇ ਜਦ ਅਸੀਂ ਉਹਦਾ ਸਕੈਨ ਕੀਤਾ ਤੇ ਦੇਖਿਆ ਕਿ ਉਹਦੀ ਉਮਰ ਵੀ ਜ਼ਿਆਦਾ ਨਹੀਂ ਹੈਗੀ, ਰਿਜ਼ਰਵ ਵੀ ਜ਼ਿਆਦਾ ਹੈਗਾ, ਅੱਛਾ ਹੈਗਾ, ਤੇ ਅਸੀਂ ਉਹਨੂੰ ਬੋਲਿਆ ਕਿ ਤੁਸੀਂ ਆਪੇ ਟਰਾਈ ਕਰੋ। ਬਟ ਯੈਸ, ਅਸੀਂ ਉਸ ਕੇਸ ਵਿੱਚ PGS ਜੋ ਕਿ ਮੈਂ ਤੁਹਾਨੂੰ ਬੋਲਿਆ ਜੈਨੇਟਿਕ ਸਕਰੀਨਿੰਗ ਆਫ ਐਮਬਰੀਓਜ਼ ਕੀਤਾ ਸੀਗਾ। 5 ਐਮਬਰੀਓ ਬਣੇ ਸੀ, ਉਹਨਾਂ 'ਚ 2 ਜਿਹੜੇ ਸੀਗੇ ਉਹ ਜੈਨੇਟਿਕਲੀ ਨਾਰਮਲ ਸੀਗੇ, ਪਲੱਸ ਅਸੀਂ ਇੱਕ ਐਰਾ ਟੈਸਟ ਕੀਤਾ ਸੀਗਾ ਜਿਹਦੇ ਅੰਦਰ ਅਸੀਂ ਬੱਚੇਦਾਨੀ ਦਾ ਵੀ ਜੈਨੇਟਿਕ ਟੈਸਟਿੰਗ ਕਰ ਸਕਦੇ ਹਾਂ। ਉਹਦੇ ਹਿਸਾਬ ਨਾਲ ਅਸੀਂ ਉਹਦਾ ਐਮਬਰੀਓ ਪਾਇਆ ਸੀਗਾ ਐਂਡ ਨਾਓ ਸ਼ੀ ਇਜ਼ ਬਲੈਸਡ ਵਿਦ ਅ ਫੀਮੇਲ ਚਾਈਲਡ। ਸੋ ਯੈਸ, IVF is actually it is a very advanced technology and it is helping millions of infertile couples. ਅੱਛਾ ਡਾਕਟਰ ਸਾਹਿਬ, ਜਾਂਦੇ ਇੱਕ ਬੜਾ ਇੰਪੋਰਟੈਂਟ ਕੁਐਸਚਨ ਇਹ ਹੈ ਕਿ ਜਦੋਂ ਵੀ ਮੈਂ ਜ਼ਿਆਦਾਤਰ ਦੇਖਿਆ ਕਿ IVF ਟ੍ਰੀਟਮੈਂਟ ਕਰਦੇ ਨੇ ਜਾਂ ਕਰਵਾਉਂਦੇ ਨੇ ਉਹਦੇ ਵਿੱਚ ਹਮੇਸ਼ਾ ਟਵਿਨਸ ਜਾਂ ਥ੍ਰਿਨਸ ਹੋਣ ਦੀ ਜ਼ਿਆਦਾ ਚਾਂਸਸ ਹੁੰਦੇ ਨੇ, ਉਹਦਾ ਕੀ ਰੀਜ਼ਨ ਹੈ? ਦੇਖੋ IVF ਵਿੱਚ ਜਦ ਅਸੀਂ ਐਮਬਰੀਓਜ਼ ਪਾਉਂਦੇ ਹੈਗੇ ਆ ਤਾਂ ਨਾਰਮਲੀ ਅਸੀਂ 2 ਐਮਬਰੀਓਜ਼ ਪਾਉਂਦੇ ਹੈਗੇ ਆ ਜਸਟ ਟੂ ਇੰਪਰੂਵ ਦ ਪ੍ਰੋਬੇਬਿਲਿਟੀ, ਇਨਕਰੀਜ਼ ਦ ਚਾਂਸ ਆਫ ਗੈਟਿੰਗ ਪ੍ਰੈਗਨੈਂਟ। ਬਟ ਕੀ ਹੁੰਦਾ ਹੈ 50% ਕੇਸਿਸ ਵਿੱਚ ਦੋਨੋਂ ਐਮਬਰੀਓਜ਼ ਇੰਪਲਾਂਟ ਕਰਦੇ ਹੈ, 50% ਕੇਸ 'ਚ ਸਿਰਫ ਇੱਕ ਹੀ ਐਮਬਰੀਓ ਇੰਪਲਾਂਟ ਕਰਦਾ ਹੈ। ਤਾਂ ਅਨਲਾਈਕ ਨੈਚੁਰਲ ਪ੍ਰੈਗਨੈਂਸੀ, IVF ਪ੍ਰੈਗਨੈਂਸੀ ਵਿੱਚ ਯੈਸ ਟਵਿਨਸ ਜ਼ਿਆਦਾ ਹੁੰਦੇ ਹੈਗੇ ਆ, ਬਟ ਜ਼ਰੂਰੀ ਨਹੀਂ ਹੈਗਾ ਕਿ ਸਾਰਿਆਂ ਦੇ
ਟਵਿਨਸ ਹੀ ਹੋਣ। ਕਈ ਸਾਡੇ ਕੋਲ ਪੇਸ਼ੈਂਟਸ ਆਉਂਦੇ ਹੈ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਨੂੰ ਮੈਡੀਕਲ ਪ੍ਰੋਬਲਮਸ ਹੁੰਦੀਆਂ ਜਾਂ ਸ਼ੂਗਰ BP ਦੀ ਪ੍ਰੋਬਲਮ ਹੈ, ਤੇ ਉਹਨਾਂ ਵਿੱਚ ਅਸੀਂ ਇੱਕ ਹੀ ਐਮਬਰੀਓ ਪਾਉਂਦੇ ਹਾਂ। ਜਾਂ ਕਈ ਕਪਲਸ ਆਉਂਦੇ हैं ਜਿਨ੍ਹਾਂ ਕੋਲ ਇੱਕ ਬੱਚਾ ਆਲਰੇਡੀ ਹੁੰਦਾ ਹੈ ਤੇ ਉਹਨਾਂ ਨੂੰ ਲੱਗਦਾ ਕਿ ਹੁਣ ਸਾਨੂੰ ਟਵਿਨਸ ਨਹੀਂ, ਸਾਨੂੰ ਫੈਮਿਲੀ ਕੰਪਲੀਟ ਕਰਨ ਵਾਸਤੇ ਇੱਕ ਹੀ ਬੱਚਾ ਹੋਰ ਚਾਹੀਦਾ ਹੈ, ਤੇ ਉਨ ਪੇਸ਼ੈਂਟਸ ਵਿੱਚ ਅਸੀਂ ਇੱਕ ਹੀ ਐਮਬਰੀਓ ਕਰਦੇ ਹੈਗੇ ਹਾਂ ਟ੍ਰਾਂਸਫਰ। ਬਟ ਯੈਸ, ਟ੍ਰਿਪਲੇਟਸ ਜਿਵੇਂ ਤੁਸੀਂ ਬੋਲਿਆ, ਟ੍ਰਿਪਲੇਟਸ ਸਾਡੇ ਮੈਡੀਕਲ ਡੈਫੀਨੇਸ਼ਨ ਵਿੱਚ ਇੱਕ ਬਹੁਤ ਹੀ ਹਾਈ ਰਿਸਕ ਮੰਨਿਆ ਜਾਂਦਾ ਹੈ, ਤੇ ਅਸੀਂ ਹੁਣ ਸਾਡਾ ਲਾਅ ਵੀ ਇਹੀ ਕਹਿੰਦਾ ਹੈ ਕਿ ਅਸੀਂ 2 ਤੋਂ ਜ਼ਿਆਦਾ ਐਮਬਰੀਓਜ਼ ਨਹੀਂ ਰੱਖਣੇ। ਸੋ ਅੱਜ ਕੱਲ੍ਹ ਟ੍ਰਿਪਲੇਟਸ ਦੇ ਚਾਂਸਿਸ ਜਿਹੜੇ ਹੈ ਉਹ ਕਾਫੀ ਘਟਦੇ हैं। अच्छा डॉक्टर साहब, ਜਾਂਦੇ ਜਾਂਦੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ? ਸਭ ਤੋਂ ਇੰਪੋਰਟੈਂਟ ਮੈਸੇਜ ਜੋ ਮੈਂ ਦੇਣਾ ਚਾਹਾਂਗੀ ਉਹ ਹੈ ਕਿ ਹਰੇਕ ਫੀਮੇਲ ਨੂੰ ਉਹਦੀ ਏਜ ਦੇ ਬਾਰੇ ਔਰ ਉਹਦੀ ਬਾਇਓਲੋਜੀਕਲ ਕਲੌਕ ਦੇ ਬਾਰੇ ਅਵੇਅਰਨੈਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸਾਡੇ ਕੋਲ ਪੇਸ਼ੈਂਟਸ ਆਉਂਦੇ ਹੈਗੇ ਹੈ, ਯੰਗ ਕੁੜੀਆਂ ਆਉਂਦੀਆਂ ਹੈਗੀਆਂ ਜਿਨ੍ਹਾਂ ਦਾ AMH, ਜਿਨ੍ਹਾਂ ਦੇ ਐਗ ਨੰਬਰਸ ਏਜ ਤੋਂ ਪਹਿਲੇ ਹੀ ਬਹੁਤ ਜ਼ਿਆਦਾ ਘਟ ਜਾਂਦੇ ਹੈਗੇ ਹੈ। ਬਟ ਕਈ ਇਸ ਤਰ੍ਹਾਂ ਦੀ ਵੀ ਕੁੜੀਆਂ ਆਉਂਦੀਆਂ ਜਿਨ੍ਹਾਂ ਦੀ 34 35 ਈਅਰਸ ਤੇ ਦੇ ਆਰ ਨੋਟ ਅਵੇਅਰ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਸ ਤਰ੍ਹਾਂ ਦੀ ਕੋਈ ਬਾਇਓਲੋਜੀਕਲ ਕਲੌਕ ਨਾਮ ਦੀ ਚੀਜ਼ ਵੀ ਹੁੰਦੀ ਹੈ। ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਾਂਗੀ ਕਿ ਸਾਡੀ ਓਵਰੀਜ਼ ਸਾਡੀ ਬੋਡੀ 'ਚ ਸਭ ਤੋਂ ਪਹਿਲਾ ਆਰਗਨ ਹੈ ਜੋ ਕਿ ਏਜ ਹੁੰਦਾ ਹੈਗਾ। ਸਾਡੇ ਵਾਲ ਨਹੀਂ ਚਿੱਟੇ ਹੁੰਦੇ, ਸਾਡੇ ਬੋਡੀ ਤੇ ਰਿੰਕਲਸ ਨਹੀਂ ਆਉਂਦੇ, ਬਟ ਸਾਡੀ ਓਵਰੀਜ਼ ਜਿਹੜੀਆਂ ਹੈਗੀਆਂ, ਅੰਡੇਰਾਨੀ ਜਿਹੜੀ ਹੈਗੀ ਹੈ, ਉਹ ਸਭ ਤੋਂ ਪਹਿਲੇ ਏਜ ਹੁੰਦੀ ਹੈ। ਸੋ ਆਲ ਫੀਮੇਲਸ ਨੀਡ ਟੂ ਬੀ ਅਵੇਅਰ ਆਫ ਦਿਸ ਬਾਇਓਲੋਜੀਕਲ ਕਲੌਕ ਐਂਡ ਦੇ ਨੀਡ ਟੂ ਪਲਾਨ देयर ਫੈਮਿਲੀ ਅਕੋਰਡਿੰਗਲੀ ਐਂਡ ਐਟ ਦ ਰਾਈਟ ਟਾਈਮ। ਤੁਸੀਂ ਬੜੀ ਸੋਹਣੀ ਗੱਲ ਕਰ ਗਏ ਹੋ ਕਿ ਸਾਡੇ ਵਾਲ, ਹਰ ਚੀਜ਼ ਵੈਸੇ ਏਜਿੰਗ ਵੱਲ ਜਾ ਰਹੀ ਹੈ, ਲੇਕਿਨ ਸਭ ਤੋਂ ਪਹਿਲਾਂ ਓਵਰੀ ਜਿਹੜੀ ਹੈ ਉਹ ਏਜਿੰਗ ਵੱਲ ਜਾਂਦੀ ਹੈ। ਸੋ ਸਾਨੂੰ ਸਾਰਿਆਂ ਨੂੰ ਬੜਾ ਧਿਆਨ ਰੱਖਣ ਦੀ ਲੋੜ ਹੈ, ਹਰ ਇੱਕ ਫੀਮੇਲ ਨੂੰ। ਤੇ ਥੈਂਕ ਯੂ ਡਾਕਟਰ ਸਾਹਿਬ। ਇਹ ਸੀ ਡਾਕਟਰ ਜਸਨੀਤ ਕੌਰ ਜੀ, ਜਿਨ੍ਹਾਂ ਨੇ IVF ਟ੍ਰੀਟਮੈਂਟ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ, ਤੇ ਜਿਨ੍ਹਾਂ ਦਾ ਸੁਪਨਾ ਨਹੀਂ ਪੂਰਾ ਹੋ ਪਾ ਰਿਹਾ ਸੀ ਉਹ ਮਿਲਨ IVF ਤੇ ਜਾ ਕੇ ਇਸ ਦਾ ਟ੍ਰੀਟਮੈਂਟ ਲੈ ਸਕਦੇ ਆ। ਦੇਸ਼ ਔਰ ਦੁਨੀਆ ਦੀ ਬਾਕੀ ਖਬਰਾਂ ਜਾਣਨ ਲਈ ਤੁਸੀਂ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।